जह माया के कर कृपा मेरे दीन दयाल। अपना नाम तेहे जप जीवा पूरन होए दास की कार। ज्ञान ध्यान किश कर्म न जाना नाहि न निर्मल करनी। साध संगत कै अंचल लावो विखम नदी जाय तरनी। तू मेरो वीर पर्वत स्वामी ओट कही मैं तेरी। ना तुम डोलो हो ना हम गिरते रख लीनी हर मेरी। धन वाहिगुरु साहिब जी सलोक तीन गुणा मह व्यापिया पूरन होत न काम। पतित उदाहरण मन वसै नानक छुटै नाम। परम सम्मान योग चवर शतर तखत दे मालक साहिब सतगुरु श्री गुरु ग्रंथ साहिब जी महाराज गुरुदेव पातशाह जी के पावन मुकद्दस चरणों दियां हाजरियां भर रहे गुरु प्यार वालिओ। अमृत वेले दे सजे हुए दीवाना विच आप जी गुरु सवारियां पासों सतगुरु जी की पावन बाणी का कीर्तन बड़ी श्रद्धा भावना के नाल सरवण कर रहे सी। आओ उस तो उपरंत अगलेरा कुछ समा रल मिल हजूर जी की कीर्ति करन दा आपां यतन करिए। इको बार कहते आओ रल मिल पाइए फतेह नाल सांझ बोलना जी। वाहिगुरू जी का खालसा वाहिगुरू जी की फतेह। जब तो इस धरती के उपर मनुख ने अपनी होश संभाली है उस समय तो जिंदगी के वख-वख पड़ावां नूं गुजारदा होया मनुख कदे गरीबी कदे अमीरी कदे खुशी अते कदे गमी का अपनी जिंदगी च सामना करता है। कदे कदाई तो बहुत ज्यादा खुश होता है ते कदे कदे सब कुछ पल्ले होने के बावजूद भी मनुख मरू मरू करता रहता है, जिंदगी च रोंदा रहता है। साहिब सतगुरु जी ने साडी जिंदगी के इस सारे हालातों नूं रंगां दा नाम दिता है। खुशी भी एक रंग है प्यारिओ परमात्मा का, ते कमी भी साडी जिंदगी का एक रंग है। कोई भी रंग होवे भैड़ा नहीं लगता, सगों सोहना लगता है। पर चेता रखिए
ਇਹਨਾਂ ਸਾਰਿਆਂ ਖੁਸ਼ੀ ਗਮੀ ਹੰਕਾਰ ਈਰਖਾ ਜਾਂ ਜੋ ਵੀ ਚੰਗਾ ਆ ਜਾਂ ਮਾੜਾ ਆ, ਇਹਦੇ ਪਿੱਛੇ ਅਸਲ ਵਿੱਚ ਕਾਰਨ ਕੀ ਹੈ? ਕਿਉਂਕਿ ਹਰ ਇੱਕ ਚੀਜ਼ ਦੇ ਪਿੱਛੇ, ਹਰ ਇੱਕ ਗੱਲ ਦੇ ਪਿੱਛੇ ਕੋਈ ਨਾ ਕੋਈ ਕਾਰਨ ਹੁੰਦਾ ਹੈ। ਹੁਣ ਸਾਡੀ ਜ਼ਿੰਦਗੀ 'ਚ ਇਹ ਅਵਸਥਾਵਾਂ ਆਈਆਂ ਨੇ, ਹਰੇਕ ਬੰਦਾ ਜਿਹਦੇ ਕੋਲੇ 4 ਪੈਸੇ ਆ ਜਾਂਦੇ ਨੇ, ਬੰਦਾ ਆਪਣੇ ਆਪ ਦੇ ਵਿੱਚ ਇਹ ਨਹੀਂ ਮੰਨਦਾ ਕਿ ਮੈਨੂੰ ਮਾਇਆ ਦਾ ਹੰਕਾਰ। ਗਲਤ ਕਰਨ ਦੇ ਬਾਵਜੂਦ ਵੀ ਬੰਦਾ ਇਹ ਨਹੀਂ ਕਹੇਗਾ ਮੈਂ ਗਲਤ ਕਰ ਰਿਹਾ। ਨਸ਼ੇ ਵੇਚਣ ਵਾਲੇ, ਨਸ਼ੇ ਪੀਣ ਵਾਲੇ ਆਪਣੇ ਆਪ ਨੂੰ ਗਲਤ ਥੋੜੇ ਹੀ ਆਖਦੇ ਆ। ਨਸ਼ੇ ਪੀਣ ਵਾਲੇ ਦਾ ਤੁਸੀਂ ਗੱਲ ਕਰੋ, ਉਹਨੇ ਆਖਣਾ ਸਾਡੇ ਤਾਂ ਸਰੀਰ ਦੀ ਲੋੜ ਬਣ ਚੁੱਕੀ ਹੈ ਇਹ, ਅਸੀਂ ਆਪਣੇ ਪੈਸੇ ਦਾ ਖਾਂਦੇ ਆ ਕਰਦੇ ਆ ਤੁਹਾਨੂੰ। ਉਹਨੇ ਅਗਲੇ ਨੇ ਇਦਾਂ ਗੱਲ ਟਾਲ ਦੇਣੀ। ਜਿਹੜਾ ਵੇਚਦਾ ਉਹਨੇ ਆਖਣਾ ਅਸੀਂ ਕਿਹੜਾ ਜਾ ਕੇ ਭਾਈ ਆਪ ਫੜਾ ਕੇ ਉਹਨੇ ਅਗਲੇ ਲੈ ਕੇ ਜਾਂਦੇ। ਹਰ ਇੱਕ ਮਨੁੱਖ ਦੇ ਕੋਲ ਆਪਣੀ ਗਲਤ ਗੱਲ ਨੂੰ ਸਹੀ ਕਰਨ ਦਾ ਐਕਸਕਿਊਜ਼ ਹੈ, ਕੋਈ ਨਾ ਕੋਈ ਉਹਨਾਂ ਕੋਲੇ ਤਰੀਕਾ ਹੈ ਕਿ ਆਪਣੀ ਗਲਤ ਗੱਲ ਨੂੰ ਵੀ ਸਹੀ ਕਰਕੇ ਉਹ ਪੇਸ਼ ਕਰੇ। ਪਰ ਪਿੱਛੇ ਇਹ ਕਾਰਨ ਨਹੀਂ ਵੇਖਿਆ ਇਸ ਸਭ ਦੇ, ਇਹ ਕਾਰਨ ਕਿੱਥੋਂ ਪੈਦਾ ਹੋਏ? ਇਹ ਜ਼ਿੰਦਗੀ ਦੇ ਵਿੱਚ ਅਸਲ ਵਿੱਚ ਘਟਨਾਵਾਂ ਵਾਪਰਨੀਆਂ ਕਿਉਂ ਸ਼ੁਰੂ ਹੋਈਆਂ? ਪਹਿਲਾ ਬੰਦਾ ਪੱਲੇ ਭਾਵੇਂ ਕੱਖ ਨਹੀਂ ਸੀ, ਬੜੀ ਸੋਹਣੀ ਜ਼ਿੰਦਗੀ ਜਿਉਂਦਾ ਸੀ, ਹਰ ਇੱਕ ਦੇ ਨਾਲ ਮਿਲਦਾ ਗਿਲਦਾ ਸੀ। ਜਦੋਂ ਕੋਈ ਅਹੁਦਾ ਪੱਲੇ ਆ ਗਿਆ, ਜਦੋਂ ਕੋਈ 4 ਪੈਸੇ ਪੱਲੇ ਆ ਗਏ, ਸਾਰਿਆਂ ਦਾ ਤਿਆਗ ਕਰਤਾ। ਜਿਹੜੇ ਆਪਣੇ ਸੀ ਕਲੋਜ਼, ਉਹਨਾਂ ਨਾਲੋਂ ਵੀ ਫਿਰ ਤਾਂ ਦੂਰੀਆਂ ਪਾ ਕੇ ਬੈਠੇ। ਇਹਦੇ ਪਿੱਛੇ ਸਭ ਤੋਂ ਵੱਡਾ ਕਾਰਨ ਸੀ ਜ਼ਿੰਦਗੀ ਦੇ ਵਿੱਚ ਮਾਇਆ ਦੇ ਪ੍ਰਭਾਵ ਦਾ ਪੈਣਾ। ਬੰਦੇ ਦੀ ਜੇਬ ਵਿੱਚ 10,000 ਹੈ, 20,000 ਹੈ, ਜੇਬ ਵਿੱਚ ਪਿਆ ਹੋਇਆ ਕੁਛ ਨਹੀਂ ਕਹਿੰਦਾ ਕਿਤੇ ਮਾੜਾ। ਸਾਡੇ ਲੋਕਰਾਂ ਵਿੱਚ, ਸਾਡੀਆਂ ਤਿਜੋਰੀਆਂ ਵਿੱਚ ਅਸੀਂ ਲੱਖਾਂ ਲੱਖਾਂ ਕਮਾ ਕੇ ਰੱਖਦੇ ਹਾਂ। ਪਤਾ ਹੈ ਕਦੇ ਵੀ ਐਮਰਜੈਂਸੀ ਕੋਈ ਜ਼ਰੂਰਤ ਪੈ ਸਕਦੀ। ਇਸ ਮਨੁੱਖਾ ਜੀਵਨ ਦੇ ਵਿੱਚ ਕਦੇ ਵੀ ਕੋਈ ਅਵੀ ਨਵੀਂ ਵਾਪਰ ਸਕਦੀ ਹੈ। 4 ਪੈਸੇ ਪਏ ਹੋਣਗੇ, ਅਸੀਂ ਜਾ ਕੇ ਆਪਣਾ ਉਹ ਕੰਮ ਕਰ ਲਵਾਂਗੇ। ਪੈਸਾ ਜੇਬ ਵਿੱਚ ਪਿਆ ਹੋਣਾ, ਲੋਕਰ ਵਿੱਚ ਪਿਆ ਹੋਣਾ ਮਾੜਾ ਨਹੀਂ, ਹੋਣਾ ਚਾਹੀਦਾ ਹੈ। ਜਿੰਨਾ ਮਰਜ਼ੀ ਧਨ ਦੌਲਤ ਹੋਵੇ, ਸਾਡੇ ਗੁਰੂ ਸਾਹਿਬ ਨੇ ਜਿੱਥੇ ਸਿੱਖ ਨੂੰ ਗਿਆਨ ਦੇ ਪੱਖ ਤੋਂ, ਅਧਿਆਤਮਕਵਾਦ ਦੇ ਪੱਖ ਤੋਂ ਉਤਾਰ ਚੁੱਕੇ, ਉੱਥੇ ਦਾਤਾਰ ਪਾਤਸ਼ਾਹ ਜੀ ਨੇ ਸਿੱਖ ਨੂੰ ਆਰਥਿਕ ਪੱਖੋਂ, ਪੈਸੇ ਦੇ ਪੱਖੋਂ ਵੀ ਮਜ਼ਬੂਤ ਹੋਣਾ ਸਿਖਾਇਆ। ਤੇਰੇ ਕੋਲ ਪੈਸਾ ਵੀ ਹੋਵੇ, ਕਹਿੰਦੇ ਸਾਹਿਬ ਜੀ ਤਾਂ ਇਹ ਬਖਸ਼ਿਸ਼ ਕਰਦੇ ਆ, ਕਹਿੰਦੇ ਇੰਨਾ ਪੈਸਾ ਹੋਵੇ ਜਿਹੜਾ ਸਾਡੀ ਸੋਚ ਤੋਂ ਉਲਟ ਹੈ, ਕਈ ਗੁਣਾ ਪਰੇ ਹੈ। ਕਹਿੰਦੇ ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ। ਪਰ ਇੱਕ ਸ਼ਰਤ ਰੱਖ ਦਿੱਤੀ, ਮੋਤੀਆਂ ਦੇ ਬਣੇ ਹੋਏ ਮੰਦਰ ਹੋਣ, ਮਹਿਲਾਂ ਦਾ ਮਾਲਕ ਹੋਵੇ, ਹੀਰਿਆਂ ਜਵਾਹਰਾਤਾਂ ਦਾ ਮਾਲਕ ਹੋਵੇ, ਮਤ ਦੇਖ ਭੂਲਾਂ ਵਿਸਰੈ, ਤੇਰਾ ਚਿੱਤ ਨਾ ਆਵੇ ਨਾਉ। ਇਹ ਨਾ ਹੋਵੇ ਤੇਰਾ ਲੱਖਾਂ ਕਰੋੜਾਂ ਰੁਪਈਆ ਤੈਨੂੰ ਤੇਰੀ ਜ਼ਿੰਦਗੀ ਚੋਂ ਇਨਸਾਨੀਅਤ ਦੇ ਰਸਤੇ ਤੋਂ ਭਟਕਾ ਦੇਵੇ। ਬੰਦੇ ਨੂੰ ਬੰਦਾ ਸਮਝਣਾ ਹੀ ਭੁੱਲ ਜਾਵੇਂ ਤੂੰ। ਪੈਸਾ ਕਮਾਉਣ ਤੋਂ ਮਨਾ ਨਹੀਂ ਕੀਤਾ, ਪੈਸਾ ਕੋਲੇ ਰੱਖਣ ਤੋਂ ਮਨਾ ਨਹੀਂ ਕੀਤਾ। ਬਸ ਆਹ ਚੀਜ਼ ਦੀ ਸਿੱਖਿਆ ਦਿੱਤੀ ਹੈ। ਕਹਿੰਦੇ ਇਹ ਨਾ ਹੋਵੇ ਤੇਰੇ ਪੱਲੇ 4 ਪੈਸੇ ਆ ਜਾਣ, ਤੂੰ ਬੰਦੇ ਨੂੰ ਬੰਦਾ ਸਮਝਣਾ ਹੀ ਭੁੱਲ ਜਾ। ਬੰਦੇ ਨੂੰ ਬੰਦਾ ਸਮਝਣਾ ਭੁੱਲ ਜਾ। ਬੜੇ ਮਨੁੱਖ ਨੇ ਪਿਆਰਿਓ, ਜਿਹੜੇ ਧਰਮ ਦੇ ਕਾਰਜਾਂ ਦੇ ਵਿੱਚ ਹਿੱਸਾ ਵੀ ਪਾਉਂਦੇ ਨੇ, ਕਮਾਈਆਂ ਵੀ ਬੜੀਆਂ ਕਰਦੇ ਨੇ, ਪਰ ਬੰਦੇ ਨੂੰ ਬੰਦਾ ਨਹੀਂ ਸਮਝਦੇ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਜੀਵਨ ਦੇ ਵਿੱਚ ਆਪਾਂ ਇੱਕ ਘਟਨਾਕ੍ਰਮ ਪੜ੍ਹਦੇ ਹਾਂ। ਦਾਤਾਰ ਪਾਤਸ਼ਾਹ ਜੀ ਜਦੋਂ ਪਹਿਲੀ ਵਾਰ ਐਮਨਾਬਾਦ ਦੀ ਧਰਤੀ ਦੇ ਉੱਪਰ ਗਏ ਨੇ, ਐਮਨਾਬਾਦ ਦਾ ਜਿਹੜਾ ਅਹਿਲਕਾਰ ਵਜ਼ੀਰ ਹੈ ਮਲਕ ਭਾਗੋ, ਬੜਾ ਆਪਣੇ ਆਪ ਦੇ ਵਿੱਚ ਧਨਵਾਨ ਹੈ, ਧਨ ਦੌਲਤ ਦਾ ਮਾਲਕ ਹੈ। ਆਪਣੀ ਉਸ ਕਮਾਈ ਹੋਈ ਧਨ ਦੌਲਤ ਦੇ ਵਿੱਚੋਂ, ਪੈਸਿਆਂ ਦੇ ਵਿੱਚੋਂ
ਲੋਕਾਂ ਦੀ ਨਿਗਾਹ ਦੇ ਵਿੱਚ ਚੰਗਾ ਬਣਨ ਹਿੱਤ, ਲੋਕਾਂ ਵਿੱਚ ਆਪਣੇ ਆਪ ਨੂੰ ਚੰਗਾ ਪ੍ਰਚਾਰਨ ਹਿੱਤ ਜਿੰਨੀ ਕਮਾਈ ਹੈ ਉਹਦੇ ਵਿੱਚੋਂ ਕੁਝ ਕੁ ਕਮਾਈ ਦਾ ਭੁੱਖੇ ਸਾਧੂਆਂ ਨੂੰ ਜਾਂ ਰੱਬ ਦੇ ਪਿਆਰਿਆਂ ਨੂੰ ਉਹ ਭੋਜਨ ਕਰਾਉਂਦਾ ਸੀ। ਉਹਦੇ ਪਿੱਛੇ ਕਾਰਨ ਇਹ ਸੀ, ਉਹਨੂੰ ਇਹ ਸੀਗਾ ਜਿੰਨੀ ਮਰਜ਼ੀ ਮੈਂ ਪਾਪਾਂ ਦੀ ਕਮਾਈ ਇਕੱਠੀ ਕਰ ਲਾਂ, ਮਾੜੇ ਕੰਮ ਕਰ ਕਰਕੇ ਕਮਾ ਲਾਂ, ਆ ਬਾਬੇ ਜਿੰਨੇ ਆਉਣਗੇ ਰੋਟੀ ਖਾਣ ਇਹਨਾਂ ਨੇ ਅਰਦਾਸਾਂ ਕਰ ਦੇਣੀਆਂ, ਮੇਰੀ ਪਾਪਾਂ ਦੀ ਕਮਾਈ ਪੁੰਨ ਦੀ ਕਮਾਈ 'ਚ ਤਬਦੀਲ ਹੋ ਜਾਣੀ। ਇਸੇ ਮਨਸ਼ਾ ਨੂੰ ਮੁੱਖ ਰੱਖ ਕਰਕੇ ਮਲਕ ਭਾਗੋ ਦੇ ਕੋਲ ਇਹ ਗੱਲ ਵੀ ਪਹੁੰਚੀ ਹੈ, ਚੇਤਾ ਰੱਖੀਏ, ਮਲਕ ਭਾਗੋ ਦਾ ਕੱਲਾ ਮਨੋਰਥ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਰੋਟੀ ਖਵਾਉਣਾ ਥੋੜੀ ਹੈ। ਉਹ ਤਾਂ ਸਗੋਂ ਇਹ ਵੇਖਣਾ ਚਾਹੁੰਦਾ ਹੈ ਜਿਹਦੇ ਅੱਗੇ ਰਾਏ ਬੁਲਾਰ ਵਰਗਾ ਨਵਾਬ ਸੀਸ ਝੁਕਾ ਸਕਦਾ ਹੈ, ਜਿਹਦੇ ਅੱਗੇ ਨਵਾਬ ਦੌਲਤ ਖਾਂ ਵਰਗੇ ਸੀਸ ਝੁਕਾ ਸਕਦੇ ਹੈ, ਜਿਹਦੇ ਅੱਗੇ ਵੱਡੇ ਵੱਡੇ ਅਹਿਲਕਾਰ ਗੁਰੂ ਨਾਨਕ ਦਾ ਪਾਣੀ ਭਰ ਸਕਦੇ ਹੈ, ਉਹ ਗੁਰੂ ਨਾਨਕ ਆਖਿਰਕਾਰ ਹੈ ਕੀ ਚੀਜ਼? ਉਹ ਤਾਂ ਗੁਰੂ ਨਾਨਕ ਜੀ ਨੂੰ ਖੁਦ ਆਪ ਝੁਕਾਉਣਾ ਚਾਹੁੰਦਾ ਸੀ। ਜਿਹੜੇ ਅਸਲ ਵਿੱਚ ਅਹਿਲਕਾਰ ਵਜ਼ੀਰ ਹੁੰਦੇ ਆ ਨਾ, ਇਹਨਾਂ ਦੇ ਦਿਮਾਗ ਵਿੱਚ ਇਹ ਖਿਆਲ ਹੁੰਦਾ ਹੈ ਅਸੀਂ ਕਿਸੇ ਨਾ ਕਿਸੇ ਬੰਦੇ ਦੇ ਜ਼ਰੀਏ ਕਿਸੇ ਦੂਸਰੇ ਦੀ ਸਲਤਨਤ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰੀਏ, ਸਲਤਨਤ ਦੀਆਂ ਕਮੀਆਂ ਤੇ ਜਿੰਨੀਆਂ ਉਹਦੀਆਂ ਖੂਬੀਆਂ ਉਹ ਜਾਣਨ ਦੀ ਕੋਸ਼ਿਸ਼ ਕਰੀਏ। ਹੁਣ ਲਾਲਚੀ ਵਿਅਕਤੀ ਦਾ ਮਲਕ ਭਾਗੋ ਹੈ ਜਿਹੜਾ ਗਰੀਬਾਂ ਦਾ ਖੂਨ ਨੋਚ ਨੋਚ ਕੇ ਰੋਟੀ ਕਮਾ ਰਿਹਾ ਹੈ, ਗਰੀਬਾਂ ਦਾ ਖੂਨ ਨੋਚ ਨੋਚ ਕੇ ਆਪਣੀ ਸਲਤਨਤ ਕਾਇਮ ਕਰ ਰਿਹਾ ਹੈ। ਭਲਾ ਉਸ ਮਲਕ ਭਾਗੋ ਦੇ ਮਨ ਵਿੱਚ ਇਹ ਖਿਆਲ ਕਿਉਂ ਨਹੀਂ ਪੈਦਾ ਹੋਇਆ ਹੋਣਾ, ਗੁਰੂ ਨਾਨਕ ਪਟਵਾਰੀ ਦੇ ਲੜਕੇ ਨੇ, ਦੁਨੀਆ ਦੇ ਵਿੱਚ ਇਹਨਾਂ ਦੀ ਬੱਲੇ ਬੱਲੇ ਹੈ, ਮੇਰੀ ਪਾਪ ਦੀ ਕੀਤੀ ਹੋਈ ਕਮਾਈ ਨੂੰ ਮੈਂ ਸਾਹਮਣੇ ਗੁਰੂ ਨਾਨਕ ਜੀ ਦੇ ਪੇਸ਼ ਕਰਕੇ ਲੋਕਾਂ ਦੇ ਵਿੱਚ ਇਹ ਪੇਸ਼ ਕਰਨਾ ਹੈ, ਆ ਵੇਖੋ ਭਾਈ ਗੁਰੂ ਨਾਨਕ ਸਾਹਿਬ ਵੀ ਮੇਰੀ ਪਾਪ ਦੀ ਕਮਾਈ ਨੂੰ ਪੁੰਨ ਦੀ ਕਮਾਈ ਮੰਨਦੇ ਆ। ਸਾਡੇ ਵੀ ਬੜੇ ਇਦਾਂ ਦੇ ਅੱਤ ਦਰਜੇ ਦੀਆਂ ਬੇਈਮਾਨੀਆਂ ਕੀਤੀਆਂ, ਠੱਗੀਆਂ ਕੀਤੀਆਂ, ਅੰਮਾ ਜਾਏ ਭਰਾਵਾਂ ਦੇ ਨਾਲ ਮਾਰ ਕਾਟ ਕਰਕੇ ਆਪਣੀਆਂ ਜਾਇਦਾਦਾਂ ਵਧਾਈਆਂ। ਕੋਈ ਪੁਰਬ ਆਇਆ ਉਹਦੇ ਉੱਤੇ ਚੱਕ ਕੇ ਲੰਗਰ ਲਾਤਾ, ਲੋਕਾਂ ਦੇ ਵਿੱਚ ਹੋ ਗਿਆ ਬੱਲੇ ਬੱਲੇ ਬੱਲੇ। ਇਹ ਤਾਂ ਬੜਾ ਧਰਮੀ ਬੰਦਾ ਹੈ, ਇਹਦੇ ਵਰਗਾ ਤਾਂ ਧਰਮੀ ਬੰਦਾ ਹੀ ਕੋਈ ਨਹੀਂ ਜਿਹੜਾ ਏਦਾਂ ਦੇ ਲੰਗਰ ਲਾ ਰਿਹਾ ਆ, ਆਪਣੀ ਕਮਾਈ ਨੂੰ ਸਫਲਿਆਂ ਕਰ ਰਿਹਾ। ਸਾਨੂੰ ਏਦਾਂ ਹੁੰਦਾ ਹੈ। ਪਰ ਚੇਤਾ ਰੱਖੀਏ ਪਿਆਰਿਓ, ਮਲਕ ਭਾਗੋ ਵੀ ਤਾਂ ਆਹੀ ਕੋਸ਼ਿਸ਼ ਕਰ ਰਿਹਾ ਸੀ। ਕਮਾਈ ਅੱਤ ਦਰਜੇ ਦੀ ਪਾਪਾਂ ਵਾਲੀ ਸੀ, ਠੱਗੀਆਂ ਕਰ ਕਰਕੇ, ਚੋਰੀਆਂ ਕਰ ਕਰਕੇ ਕਮਾਈ ਕੀਤੀ ਸੀ, ਬੇਈਮਾਨੀਆਂ ਕਰ ਕਰਕੇ ਉਸ ਕਮਾਈ ਦੇ ਵਿੱਚੋਂ ਥੋੜਾ ਜਿਹਾ ਇਦਾਂ ਕੱਢ ਕੇ ਸਾਧੂਆਂ ਨੂੰ ਭੋਜਨ ਕਰਾਉਂਦਾ ਸੀ। ਹੋ ਸਕਦਾ ਮੇਰੇ ਜਿੰਨੇ ਲੋਕਾਂ ਦੇ ਵਿੱਚ ਮਾੜੀ ਤਸਵੀਰ ਬਣੀ ਹੈ ਵੀ ਮਲਕ ਭਾਗੋ ਤਾਂ ਭਾਈ ਬੜਾ ਖਤਰਨਾਕ ਅਹਿਲਕਾਰ ਹੈ, ਮਲਕ ਭਾਗੋ ਦੇ ਦਰਬਾਰ ਵਿੱਚ ਨਾ ਜਾਇਓ, ਉਹਦੇ ਦਰਬਾਰ ਚੋਂ ਇਨਸਾਫ ਦੀ ਉਮੀਦ ਨਹੀਂ। ਜਿਹੜੀ ਲੋਕਾਂ ਵਿੱਚ ਨੈਗੇਟਿਵ ਤਸਵੀਰ ਬਣੀ ਹੈ ਉਸ ਤਸਵੀਰ ਨੂੰ ਲੋਕਾਂ ਵਿੱਚ ਪੋਜ਼ਿਟਿਵ ਪੇਸ਼ ਕਰਨ ਹਿੱਤ ਬਾਕੀ ਸਾਧੂਆਂ ਤੋਂ ਉਹਨੇ ਕੀ ਲੈਣਾ ਹੈ। ਉਹਦਾ ਟਾਰਗੇਟ ਤਾਂ ਮੇਨ ਗੁਰੂ ਨਾਨਕ ਸਨ। ਜਿਹੜੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਹਿੰਮਤ ਕਰਕੇ, ਹੌਸਲਾ ਕਰਕੇ ਜਨੇਊ ਪਾਉਣ ਵਾਲੇ ਪਾਂਧੇ ਦੀ ਬਾਹ ਫੜ ਕੇ ਉਹਨੂੰ ਵਰਤ ਸਕਦੇ ਹੈ, ਉਹ ਗੁਰੂ ਨਾਨਕ ਸਾਹਿਬ ਦੀ ਹਿੰਮਤ ਤੇ ਦਲੇਰੀ ਵੇਖਣਾ ਚਾਹੁੰਦਾ ਸੀ। ਆਖਿਰਕਾਰ ਕੀ ਪੱਲੇ ਹੈ ਗੁਰੂ ਨਾਨਕ ਸਾਹਿਬ ਜੀ ਦੇ, ਜਿਹੜਾ ਬਾਬਾ ਨਾਨਕ ਪਿਆਰਿਓ ਐਮਨਾਬਾਦ ਆਉਣ ਤੋਂ ਪਹਿਲਾਂ ਸਿੱਧਾ ਜੋਗੀਆਂ ਦੇ ਨਾਲ ਵੱਡੀਆਂ ਵੱਡੀਆਂ ਵਿਚਾਰ ਚਰਚਾਵਾਂ ਦੇ ਵਿੱਚ ਹਿੱਸਾ ਲੈ ਚੁੱਕਿਆ ਹੈ। ਮਲਕ ਭਾਗੋ ਵੇਖਣਾ ਚਾਹੁੰਦਾ ਸੀ ਗੁਰੂ ਨਾਨਕ ਸਾਹਿਬ ਦੇ ਪੱਲੇ ਕਿੰਨਾ ਕੁ ਗਿਆਨ ਹੈ। ਜਿਹੜੇ ਸਿੱਧ ਜੋਗੀ ਵੀ ਆਖ ਉੱਠੇ ਧੰਨ ਨਾਨਕ ਤੇਰੀ ਵੱਡੀ ਕਮਾਈ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਐਮਨਾਬਾਦ ਦੇ ਨਗਰ ਦੇ ਵਿੱਚ ਠਹਿਰੇ ਹੋਏ ਨੇ। ਮਲਕ ਭਾਗੋ ਦੇ ਕੋਲ ਆਪਣੇ ਸਿਪਾਹੀਆਂ ਦੇ ਦੁਆਰਾ ਇਹ ਖਬਰ ਪਹੁੰਚਦੀ ਹੈ, ਮਹਿਤਾ ਕਾਲੂ ਦਾ ਸੁਪੁੱਤਰ ਗੁਰੂ ਨਾਨਕ ਸਾਹਿਬ ਪਾਤਸ਼ਾਹ, ਜਿਨ੍ਹਾਂ ਦੀਆਂ ਧੁੰਮਾਂ, ਜਿਨ੍ਹਾਂ ਦੀ ਧਾਕ ਮੋਦੀ ਖਾਨੇ ਦੇ ਵਿੱਚ ਵਰਤੀ ਹੋਈ ਇਮਾਨਦਾਰੀ ਕਰਕੇ
ਦੂਰ ਦੂਰ ਨਗਰਾਂ ਤੱਕ ਪਈ ਹੋਈ ਹੈ ਤੇ ਮੋਦੀ ਖਾਨੇ ਦੇ ਵਿੱਚ ਲੋੜਵੰਦ ਲੋਕਾਂ ਦੀ ਮਦਦ ਕਰਨ ਦੇ ਕਾਰਨ ਦੂਰ ਦੂਰ ਲੋਕਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਨਾਮ ਹੈ ਉਹ ਉਜਲਾ ਹੋ ਚੁੱਕਿਆ, ਰੌਸ਼ਨ ਹੋ ਚੁੱਕਿਆ। ਜਦੋਂ ਪਤਾ ਲੱਗਿਆ ਮਲਕ ਭਾਗੋ ਨੂੰ, ਗੁਰੂ ਨਾਨਕ ਸਾਹਿਬ ਪਾਤਸ਼ਾਹ ਅਹਿਮਦਾਬਾਦ ਦੇ ਨਗਰ ਵਿੱਚ ਆਏ ਹੋਏ ਨੇ, ਉਹਨੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਭਰਮਾਉਣ ਹਿੱਤ ਆਪਣੇ ਘਰ ਦੇ ਵਿੱਚ, ਆਪਣੇ ਦਰਬਾਰ ਦੇ ਵਿੱਚ ਇੱਕ ਸ਼ਾਹੀ ਭੋਜ ਦਾ ਪ੍ਰਬੰਧ ਕੀਤਾ। ਬੜਿਆਂ ਲੋਕਾਂ ਨੇ ਪਿਆਰਿਓ ਗੁਰੂ ਨਾਨਕ ਸਾਹਿਬ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਹੈ। ਜਿੰਨਾ ਦੇਣ ਸਾਨੂੰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਦੇਣਾ ਚਾਹੀਦਾ ਹੈ, ਉਹਨਾਂ ਅਸੀਂ ਦੇ ਨਹੀਂ ਪਾਏ। ਤੁਸੀਂ ਵੇਖੋ ਪਿਆਰਿਓ, ਰੋਹੇਲਖੰਡ ਦੇ ਏਰੀਏ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਪ੍ਰਚਾਰ ਕਰਨ ਹਿੱਤ ਗਏ ਨੇ ਤੇ ਰੋਹੇਲਖੰਡ ਦਾ ਜੋ ਏਰੀਆ ਹੈ, ਜੋ ਖੇਤਰ ਹੈ, ਉਹ ਇਸ ਗੱਲ ਦੇ ਡਰ ਕਾਰਨ ਪ੍ਰਸਿੱਧ ਸੀ ਕਿ ਜੋ ਵੀ ਮਨੁੱਖ ਇਸ ਰੋਹੇਲਖੰਡ ਦੇ ਇਲਾਕੇ ਦੇ ਵਿੱਚ ਆਉਂਦਾ ਹੈ, ਉਹਨੂੰ ਗੁਲਾਮ ਬਣਾ ਕੇ, ਉਹਨੂੰ ਕੈਦ ਕਰਕੇ ਅਗਾਂਹ ਵੇਚ ਦਿੱਤਾ ਜਾਂਦਾ ਹੈ। ਤੇ ਕੋਈ ਸ਼ੱਕ ਨਹੀਂ ਪਿਆਰਿਓ, ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਜੰਗਲ ਦੇ ਬਾਹਰ, ਨਗਰ ਦੇ ਬਾਹਰ ਠਹਿਰਾ ਕੇ ਆਪ ਉਸ ਇਲਾਕੇ ਵੱਲ ਨੂੰ ਗਏ ਨੇ। ਇੱਕ ਪਠਾਨ ਨੇ ਗੁਰੂ ਨਾਨਕ ਸਾਹਿਬ ਪਿਤਾ ਜੀ ਨੂੰ ਫੜ ਲਿਆ ਤੇ ਫੜ ਕੇ ਅਗਾਂਹ 2 ਘੋੜਿਆਂ ਦੇ ਮੁੱਲ ਵਿੱਚ ਵੇਚਿਆ ਵੀ ਸੀ ਪਿਆਰਿਓ। 2 ਘੋੜਿਆਂ ਦੇ ਮੁੱਲ ਵਿੱਚ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਸੌਦਾ ਵੀ ਕੀਤਾ ਗਿਆ, ਵੇਚਿਆ ਵੀ ਗਿਆ। ਪਸਰੂਰ ਦੇ ਇਲਾਕੇ ਵਿੱਚ ਗੁਰੂ ਨਾਨਕ ਸਾਹਿਬ ਜੀ ਪ੍ਰਚਾਰ ਕਰਨ ਹਿੱਤ ਗਏ ਨੇ। ਉਹ ਇਲਾਕੇ ਦੇ ਵਿੱਚ ਸੂਰਜ ਗ੍ਰਹਿਣ ਦਾ ਸਮੇਂ ਜਿੰਨੇ ਉੱਥੇ ਰਹਿਣ ਵਾਲੇ ਹਿੰਦੂ ਸਨ, ਉਹ ਇਹ ਸਮਝਦੇ ਸੀ ਕਿ ਸੂਰਜ ਗ੍ਰਹਿਣ ਦੇ ਦਿਨਾਂ ਦੇ ਵਿੱਚ ਨਾ ਤਾਂ ਆਪਣੇ ਘਰ ਦੇ ਵਿੱਚ ਭਾਈ ਅੱਗ ਬਾਲਣੀ ਹੈ, ਅੱਜ ਵੀ ਬਹੁਤੇ ਘਰਾਂ 'ਚ ਭਰਮ ਹੈ, ਨਾ ਤਾਂ ਕਹਿੰਦੇ ਅੱਗ ਬਾਲਣੀ ਹੈ ਤੇ ਨਾ ਹੀ ਸੂਰਜ ਗ੍ਰਹਿਣ ਦੇ ਦਿਨ ਆਪਣੇ ਘਰ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਭੋਜਨ ਇਤਿਆਦਿਕ ਬਣਾਉਣਾ ਹੈ। ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਉਸ ਇਲਾਕੇ ਵਿੱਚ ਜਾ ਕੇ ਭੋਜਨ ਵੀ ਤਿਆਰ ਕੀਤਾ, ਅੱਗ ਬਾਲੀ। ਹਾਲੇ ਇਹ ਮਸਲਾ ਠੰਡਾ ਹੀ ਹੋਇਆ ਸੀ। ਗੁਰੂ ਨਾਨਕ ਸਾਹਿਬ ਪਿਤਾ ਜੀ ਨੇ ਪੰਡਤ ਨਾਨੂ ਦੇ ਮਨ ਵਿੱਚ ਪਏ ਹੋਏ ਸਾਰੇ ਇਹ ਭਰਮ ਭੁਲੇਖੇ ਬਾਹਰ ਕੱਢ ਦਿੱਤੇ। ਬਗਦਾਦ ਦੇ ਇਲਾਕੇ ਵਿੱਚ ਗੁਰੂ ਨਾਨਕ ਸਾਹਿਬ ਪਾਤਸ਼ਾਹ ਗਏ ਨੇ। ਉਸ ਜਗ੍ਹਾ ਦੇ ਉੱਪਰ ਤਾਂ ਗੁਰੂ ਨਾਨਕ ਸਾਹਿਬ ਜੀ ਦੀ ਵੱਖਰੀ ਵਿਚਾਰ ਨੂੰ ਤੱਕ ਕੇ ਮੁਲਾਣਿਆਂ ਦੇ ਵੱਲੋਂ ਗੁਰੂ ਨਾਨਕ ਸਾਹਿਬ ਨੂੰ ਪੱਥਰ ਮਾਰ ਮਾਰ ਕੇ ਖਤਮ ਕਰ ਦੇਣ ਦਾ ਹੁਕਮ ਜਾਰੀ ਹੋ ਗਿਆ ਸੀ। ਇੰਨੀ ਕਮਾਲ ਦੀ ਵਿਚਾਰ ਵਾਲੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਮੌਤ ਦੇ ਮੂੰਹ ਵਿੱਚ ਆਪ ਜਾ ਜਾ ਕੇ, ਹੁਣ ਹਰਿਦੁਆਰ ਗੜ੍ਹ ਹੈ ਪਿੱਪਰਾਂ ਦਾ, ਪਾਂਡਿਆਂ ਦਾ ਗੜ੍ਹ ਹੈ, ਉਸ ਗੜ੍ਹ ਦੇ ਵਿੱਚ ਖੜ ਕੇ ਸੂਰਜ ਤੋਂ ਉਲਟ ਦਿਸ਼ਾ ਵੱਲ ਪਾਣੀ ਦੇਣਾ ਸਿੱਧਾ ਤੇ ਸਿੱਧਾ ਉਹਨਾਂ ਦੀਆਂ ਧਾਰਮਿਕ ਮਨੌਤਾਂ ਨੂੰ ਚੈਲੰਜ ਕਰਨਾ ਸੀ। ਸਿੱਧਾ ਤੇ ਸਿੱਧਾ ਉਹਨਾਂ ਦੀਆਂ ਧਾਰਮਿਕ ਮਨੌਤਾਂ ਨੂੰ ਇਹਦਾ ਚੈਲੰਜ ਕਰਨਾ ਸੀ। ਜਗਨਨਾਥ ਦੇ ਮੰਦਿਰ ਵਿੱਚ ਜਾ ਕੇ ਹੋ ਰਹੀ ਸਾਰੀ ਆਰਤੀ ਦਾ ਖੰਡਨ ਕਰਕੇ ਬਾਬੇ ਨਾਨਕ ਨੇ ਉਹ ਹਿੰਮਤ ਤੇ ਦਲੇਰੀ ਵਿਖਾਈ ਹੈ ਜਿਸ ਦਲੇਰੀ ਦਾ ਸਾਨੀ, ਜਿਸ ਹਿੰਮਤ ਦਾ ਸਾਨੀ ਅੱਜ ਤੱਕ ਇਸ ਦੁਨੀਆ ਦੇ ਤਖਤ ਦੇ ਉੱਤੇ ਕੋਈ ਹੋਰ ਪੈਦਾ ਹੋ ਹੀ ਨਹੀਂ ਸਕਿਆ। ਜੇ ਜ਼ਿੰਦਗੀ ਦੇ ਵਿੱਚ ਥੋੜਾ ਜਿਹਾ ਸਿਰ ਉੱਚਾ ਕਰਕੇ ਜਿਉਣ ਦਾ ਹੱਕ ਦਿੱਤਾ ਹੈ, ਅਸੀਂ ਸ਼ੁਕਰਗੁਜ਼ਾਰ ਰਹੀਏ, ਅਸੀਂ ਕਦਰਗਦਾਰ ਰਹੀਏ ਬਾਬੇ ਨਾਨਕ ਦੇ, ਜਿਨੇ ਸਾਨੂੰ ਜ਼ਿੰਦਗੀ ਦੇ ਵਿੱਚ ਸਿਰ ਉੱਚਾ ਕਰਕੇ ਜਿਉਣਾ ਸਿਖਾ ਦਿੱਤਾ। ਮਲਕ ਭਾਗੋ ਨੂੰ ਪਤਾ ਲੱਗਿਆ ਗੁਰੂ ਨਾਨਕ ਜੀ ਦੇ ਆਉਣ ਦਾ। ਉਸ ਸਮੇਂ ਆਪਣੇ ਘਰ ਦੇ ਵਿੱਚ ਇੱਕ ਬ੍ਰਹਮ ਭੋਜ ਦਾ ਉਹਨੇ ਪ੍ਰਬੰਧ ਕੀਤਾ ਤੇ ਸਾਹਿਬ ਜੀ ਜਾ ਕੇ ਕਿਹਦੇ ਘਰੇ ਠਹਿਰੇ ਨੇ? ਗਰੀਬੜੇ ਸਿੱਖ ਭਾਈ ਲਾਲੋ ਦੇ। ਇੱਕ ਕਿਰਤੀ ਸਿੱਖ ਹੈ, ਲੱਕੜ ਦਾ ਕੰਮ ਕਰਨ ਵਾਲਾ। ਬਹੁਤੇ ਚੰਗੇ ਪਦਾਰਥ ਵੀ ਉਹਦੇ ਘਰ ਦੇ ਵਿੱਚ ਨਹੀਂ ਬਣਦੇ, ਸੁੱਕੀ ਜਿਹੀ ਰੋਟੀ ਤੇ ਸੁੱਕੀ ਜਿਹੀ ਦਾਲ ਉਹਦੇ ਘਰ ਵਿੱਚ ਬਣਦੀ ਹੈ। ਮੇਰੇ ਗੁਰੂ ਨਾਨਕ ਪਾਤਸ਼ਾਹ ਨੂੰ, ਮੇਰੇ ਸਤਿਗੁਰੂ ਨੂੰ, ਸਾਰੇ ਕਿਹਾ ਕਰੀਏ ਮੇਰਾ ਗੁਰੂ ਨਾਨਕ, ਕਿੰਨਾ ਸੋਹਣਾ ਲੱਗਦਾ ਕਹਿਣ ਵਿੱਚ, ਮੇਰਾ ਗੁਰੂ ਨਾਨਕ, ਮੇਰੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ। ਮਲਕ ਭਾਗੋ ਦੇ ਉਸ ਬ੍ਰਹਮ ਭੋਜ ਦਾ ਸੱਦਾ ਉਹਨਾਂ ਦੇ ਕੋਲ ਪਹੁੰਚਦਾ। ਸਾਹਿਬ ਜੀ ਨੇ ਮਨਾ ਕਰ ਦਿੱਤਾ ਜਾਣ ਤੋਂ। ਤੇ ਪਿਆਰਿਓ ਚੇਤਾ ਰੱਖੀਏ, ਸਾਡੇ ਸਤਿਗੁਰੂ ਪਾਤਸ਼ਾਹ ਜੀ
ਬਹੁਤੇ ਧਨ ਪਦਾਰਥਾਂ ਦੇ ਥੋੜੇ ਭੁੱਖੇ ਹੈ ਵੀ ਜਿਹੜਾ ਜਿੰਨੇ ਜ਼ਿਆਦਾ ਪੈਸੇ ਦੇਊਗਾ ਗੁਰੂ ਨਾਨਕ ਸਾਹਿਬ ਉਹਦੇ ਉੱਤੇ ਖੁਸ਼ ਹੋਣਗੇ। ਇਹ ਵੀ ਹੋ ਸਕਦਾ ਤੁਹਾਡੀ ਜੇਬ ਦੇ ਵਿੱਚ ਪਿਆ ਹੋਇਆ 1 ਰੁਪਏ ਦਾ ਸਿੱਕਾ ਵੀ ਗੁਰੂ ਨਾਨਕ ਦੀ ਖੁਸ਼ੀ ਲੈਣ ਦੇ ਕਾਬਿਲ ਹੋਵੇ, ਕਿਉਂਕਿ ਗੋਬਿੰਦ ਭਾਉ ਭਗਤ ਦਾ ਭੁੱਖਾ ਨਾ ਕਿ ਧਨ ਦੌਲਤ ਪੈਸਿਆਂ ਦਾ ਭੁੱਖਾ ਆ। ਇਹ ਸਾਡੀ ਸੋਚ ਹੋ ਸਕਦੀ ਹੈ ਅਸੀਂ ਜ਼ਿਆਦਾ ਪੈਸੇ ਦੇ ਕੇ ਗੁਰੂ ਨਾਨਕ ਦੀ ਸਿੱਖੀ ਖਰੀਦ ਲਵਾਂਗੇ। ਉਹ ਪਿਆਰਿਓ ਚੇਤਾ ਰੱਖੀਏ, ਗੁਰੂ ਨਾਨਕ ਦੀ ਸਿੱਖੀ ਤਾਂ ਉਹ ਅਨਮੋਲ ਦਾਤ ਹੈ ਜਿਹੜੀ ਸਿਰ ਦੇ ਕੇ ਵੀ ਖਰੀਦੀ ਨਹੀਂ ਜਾ ਸਕਦੀ, ਜਿਹੜੇ ਆਪਣੀ ਜ਼ਿੰਦਗੀ ਕੁਰਬਾਨ ਕਰਕੇ ਵੀ ਨਹੀਂ ਖਰੀਦੀ ਜਾ ਸਕਦੀ। ਉਸ ਅਨਮੋਲ ਦਾਤ ਨੂੰ, ਉਸ ਬੇਸ਼ਕੀਮਤੀ ਦਾਤ ਨੂੰ ਮੇਰੇ ਵਰਗਾ ਸੋਚਦਾ ਮੈਂ ਚੰਦ ਪੈਸੇ ਵੱਧ ਦੇ ਕੇ ਖਰੀਦ ਲਵਾਂ। ਸਾਡੇ ਗੁਰੂ ਸਾਹਿਬ ਧਨ ਦੌਲਤ ਪੈਸੇ ਪਦਾਰਥਾਂ ਦੇ ਭੁੱਖੇ ਨਹੀਂ ਪਿਆਰਿਓ। ਗੁਰੂ ਨਾਨਕ ਦੇ ਦਰ ਦੇ ਉੱਤੇ ਆ ਕੇ ਜਿੰਨਾ ਪ੍ਰੇਮ ਤੁਸੀਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਦਿਓਗੇ ਉਹਦੇ ਤੋਂ ਦੁੱਗਣਾ ਚੌਗਣਾ ਕਰਕੇ ਪ੍ਰੇਮ ਤੁਹਾਨੂੰ ਗੁਰੂ ਨਾਨਕ ਜੀ ਨੇ ਬਖਸ਼ਿਸ਼ ਕਰਨਾ, ਕਿਉਂਕਿ ਗੋਬਿੰਦ ਭਾਉ ਭਗਤ ਕਾ ਭੁੱਖਾ, ਉਹ ਤਾਂ ਪ੍ਰੇਮ ਦਾ ਭੁੱਖਾ ਪਿਆਰਿਓ। ਜਿੰਨਾ ਪ੍ਰੇਮ ਸਤਿਗੁਰੂ ਨੂੰ ਅਸੀਂ ਆਪ ਦੇਵਾਂਗੇ ਆਪਣੇ ਵੱਲੋਂ, ਉਦੋਂ ਦੁੱਗਣਾ ਚੌਗਣਾ ਪ੍ਰੇਮ ਸਾਡੇ ਦਾਤੇ ਨੇ ਸਾਨੂੰ ਬਖਸ਼ਿਸ਼ ਕਰਨਾ, ਮਿਹਰਾਂ ਕਰਨੀਆਂ ਨੇ। ਸਾਹਿਬ ਨੇ ਇਹ ਨਹੀਂ ਵੇਖਣਾ ਇਹਨੇ ਸ਼ਾਹੀ ਪਕਵਾਨ ਬਣਾਏ ਆ, ਇਹ ਸ਼ਾਹੀ ਜ਼ਿੰਦਗੀ ਜਿਉਣ ਵਾਲਾ ਆ। ਤੇਰੀ ਜ਼ਿੰਦਗੀ ਸਿੰਪਲ ਸਾਦੀ ਵੀ ਹੋਵੇਗੀ, ਮਨ ਵਿੱਚ ਸਤਿਗੁਰੂ ਦਾ ਡਰ ਹੋਵੇਗਾ, ਭੈ ਹੋਵੇਗਾ। ਗੁਰੂ ਨਾਨਕ ਤੇਰੇ ਘਰ ਦੇ ਵਿੱਚ ਤੇਰੀ ਜ਼ਿੰਦਗੀ ਸਵਾਰਨ ਹਿੱਤ ਆਉਣਗੇ ਪਿਆਰੇ। ਹਰ ਇੱਕ ਦੇ ਘਰ ਦੇ ਵਿੱਚ ਅੱਜ ਕੱਲ੍ਹ ਗੁਰੂ ਨਾਨਕ ਸਾਹਿਬ ਰਹਿੰਦੇ ਹੈ ਆ। ਹਰ ਘਰ ਦੇ ਵਿੱਚ ਜਪਜੀ ਸਾਹਿਬ ਦੀ ਬਾਣੀ ਗੁਟਕਾ ਸਾਹਿਬ ਦੇ ਰੂਪ ਵਿੱਚ ਹੈ ਮੌਜੂਦ, ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜਪਜੀ ਸਾਹਿਬ ਦੀ ਬਾਣੀ ਦੇ ਰੂਪ ਵਿੱਚ ਸਾਡੇ ਘਰਾਂ 'ਚ ਬੈਠੇ ਹੈ। ਆਸਾ ਦੀ ਵਾਰ ਹਰ ਰੋਜ਼ ਸੁਣਦੇ ਆ, ਪੜ੍ਹਦੇ ਆ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਨਾਲ ਹਰ ਰੋਜ਼ ਗੱਲਾਂ ਹੀ ਕਰਦੇ ਆ, ਅਸੀਂ ਹਰ ਰੋਜ਼ ਗੱਲਾਂ ਹੀ ਕਰਦੇ ਆ ਅਸੀਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਨਾਲ। ਕਿਸੇ ਨੇ ਆਖਿਆ ਸਿੱਖਾਂ ਦਾ ਗੁਰੂ ਬੋਲਦਾ ਨਹੀਂ, ਉਹ ਤਾਂ ਬੋਲਦਾ ਆ, ਸਾਨੂੰ ਬੁਲਾਉਣਾ ਹੀ ਨਹੀਂ ਆਇਆ। ਸਾਨੂੰ ਗੱਲ ਕਰਨ ਦਾ ਢੰਗ, ਗੱਲ ਕਰਨ ਦਾ ਤਰੀਕਾ ਹੀ ਨਹੀਂ ਪਤਾ ਲੱਗਿਆ ਗੁਰੂ ਨਾਨਕ ਦੇ ਨਾਲ ਗੱਲ ਕਿਵੇਂ ਕਰਨੀ ਹੈ। ਜਿਹੜੀਆਂ ਅੱਖਾਂ ਦੇ ਨਾਲ ਗੁਰੂ ਨਾਨਕ ਜੀ ਨੂੰ ਤੱਕਣਾ ਸੀ, ਉਹਨਾਂ ਦੀ ਸੋਚ ਨੂੰ, ਉਹਨਾਂ ਦੀ ਵਿਚਾਰਧਾਰਾ ਨੂੰ ਸਮਝਣਾ ਸੀ, ਆਹ ਕੋਲੇ ਅੱਖਾਂ ਸੀ ਉਸ ਕੋਲੇ। ਉਹ ਤਾਂ ਸੁਰਤ ਦੀਆਂ ਅੱਖਾਂ ਸੀ ਜਿੱਥੇ ਹੰਕਾਰ ਅੱਤ ਦਰਜੇ ਦਾ ਵੜਿਆ ਬੈਠਾ ਹੈ। ਜ਼ਿੰਦਗੀ ਚੋਂ ਸੁਰਤ ਚੋਂ ਹੰਕਾਰ ਬਾਹਰ ਕੱਢਿਆ, ਤਾਂ ਹੀ ਤਾਂ ਗੁਰੂ ਨਾਨਕ ਜੀ ਨਜ਼ਰ ਆਉਣੇ ਸੀ ਪਿਆਰਿਓ। ਤਾਂ ਹੀ ਤਾਂ ਸਤਿਗੁਰੂ ਦੀ ਬਾਣੀ ਜ਼ਿੰਦਗੀ ਦੇ ਵਿੱਚ ਸਾਨੂੰ ਜ਼ਿੰਦਗੀ ਜਿਉਣ ਦਾ ਰਸਤਾ ਵਿਖਾਉਂਦੀ, ਪਰ ਸੁਰਤ ਨੂੰ ਹੰਕਾਰ ਦੇ ਨਾਲ ਨੱਕੋ ਨੱਕ ਭਰ ਰੱਖਿਆ ਸੀ ਜਿਹੜਾ ਹਰ ਮਲਕ ਭਗਤ ਹੈ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਸੱਦਾ ਭੇਜਿਆ, ਦਾਤਾ ਜੀ ਨਹੀਂ ਗਏ, ਦੂਸਰਾ ਸੱਦਾ ਭੇਜਿਆ। ਸਾਹਿਬ ਜੀ ਕਹਿੰਦੇ ਮੈਂ ਇੱਥੇ ਠੀਕ ਆ, ਭਾਵੇਂ ਮੈਨੂੰ ਸੌਣ ਦੇ ਲਈ ਚੰਗਾ ਬਿਸਤਰਾ ਨਹੀਂ, ਇੱਥੇ ਆ ਘਾਹ ਵਿਛਾਇਆ ਹੋਇਆ ਇਹਨੇ ਆਪਣੇ ਘਰ ਦੇ ਵਿੱਚ, ਮੈਂ ਤਾਂ ਇੱਥੇ ਬੜੀ ਵਧੀਆ ਨੀਂਦ ਸੌਂਦਾ ਹੈ। ਸੌਣ ਦੇ ਲਈ ਮਖਮਲੀ ਗੱਦੇ ਨਹੀਂ, ਨੀਂਦ ਹੋਣੀ ਚਾਹੀਦੀ ਹੈ ਸਾਡੇ। ਇਹ ਨੀਂਦ ਹੈ ਸੜਕ ਦੇ ਕਿਨਾਰੇ ਤੇ ਪਏ ਨੂੰ ਵੀ ਨੀਂਦ ਆਜੂ। ਬੜੇ ਵੱਡੇ ਵੱਡੇ ਮਖਮਲੀ ਗੱਦਿਆਂ ਦੇ ਉੱਤੇ ਵੀ ਕਈ ਬੰਦੇ ਦੁਖੀ ਰਹਿੰਦੇ ਨੇ। ਬੜੇ ਵਾਰ ਆਪਾਂ ਇਹ ਸ਼ਬਦ ਵਿਚਾਰੇ ਆ, ਫਰੀਦਾ ਚਿੰਤ ਖਟੋਲਾ ਬਾਣ ਦੁੱਖ ਬਿਰਹਾ ਵਿਸ਼ਾਵਣ ਲੇਪ, ਇਹ ਹਮਾਰਾ ਜੀਵਨ ਤੋਂ ਸਾਹਿਬ ਸੱਚੇ ਜੀ। ਲੋਕ ਆਖਦੇ ਆ ਬੜੀ ਕਮਾਲ ਦੀ ਜ਼ਿੰਦਗੀ ਜਿਉਂਦੇ ਐ, ਬੜਾ ਸ਼ਾਹੀ ਠਾਠ ਬਾਠ ਹੈ ਪੱਲੇ, ਪਰ ਅਸਲ ਵਿੱਚ ਜ਼ਿੰਦਗੀ ਤਾਂ ਆ ਆ ਸਾਡੀ। ਚਿੰਤ ਖਟੋਲਾ ਬਾਣ ਦੁੱਖ, ਚਿੰਤਾ ਦੀ ਮੰਜੀ ਦੇ ਉੱਤੇ ਹਰ ਰੋਜ਼ ਸੌਂਦੇ ਆ ਪਿਆਰਿਓ, ਆ ਆ ਸਾਡੀ ਜ਼ਿੰਦਗੀ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਤੀਸਰਾ ਸੱਦਾ ਭੇਜਿਆ। ਹੁਣ ਥੋੜਾ ਜਿਹਾ ਗੁੱਸੇ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਆਖਿਆ ਗਿਆ ਕਿ ਬਾਦਸ਼ਾਹ ਨੇ ਆਖਿਆ, ਵਜ਼ੀਰ ਨੇ ਆਖਿਆ, ਜੇ ਤੁਸੀਂ ਨਹੀਂ ਆਓਗੇ ਤਾਂ ਅਸੀਂ ਆਪ ਆ ਕੇ ਲੈ ਜਾਵਾਂਗੇ। ਗੁਰੂ ਨਾਨਕ ਸਾਹਿਬ ਪਾਤਸ਼ਾਹ ਨਹੀਂ ਗਏ। ਜ਼ਬਰਦਸਤੀ ਅਗਲੇ ਸੱਦੇ ਦੇ ਵਿੱਚ ਗੁਰੂ ਨਾਨਕ ਜੀ ਨੂੰ ਚੁੱਕ ਕੇ ਮਲਕ ਭਾਗੋ ਦੇ ਦਰਬਾਰ ਦੇ ਵਿੱਚ ਲਿਜਾਇਆ ਗਿਆ। ਸਾਹਿਬ ਜੀ ਉੱਥੇ ਦਰਬਾਰ ਵਿੱਚ ਪਹੁੰਚੇ ਨੇ। ਜਿਹੜੇ 4 ਪੈਸਿਆਂ ਦੇ ਲਾਲਚੀ ਸੀ, ਜਿਨ੍ਹਾਂ ਨੂੰ ਇਹ ਸੀ ਮਲਕ ਭਾਗੋ ਦੇ ਦਰਬਾਰ ਦੇ ਵਿੱਚ ਭੋਜਨ ਖਾਵਾਂਗੇ, ਸ਼ਾਹੀ ਠਾਠ ਬਾਠ ਹੈ ਇੱਥੇ, 4 ਪੈਸੇ ਸਾਨੂੰ ਦੰਦ ਕਸਾਈ ਦੇ ਮਿਲਣਗੇ ਤੇ ਹੋਰ ਬਾਦਸ਼ਾਹ ਦੇ ਵੱਲੋਂ ਦਾਤਾਂ ਭੋਜਨ ਛਕਾਉਣ ਦੇ ਸ਼ੁਕਰਾਨੇ ਦੇ ਵਜੋਂ ਸਾਨੂੰ ਦਿੱਤੀਆਂ ਜਾਣਗੀਆਂ। ਸਾਨੂੰ ਕੀ
ਇਹਦੀ ਕਮਾਈ ਪਾਪ ਦੀ ਹੋਵੇ ਪੁੰਨ ਦੀ ਹੋਵੇ, ਅਸੀਂ ਤਾਂ ਬਸ ਪੈਸੇ ਲੈਣੇ ਆ, ਕਮਾਈ ਕਰਨੀ ਹੈ ਤੇ ਆਪਦਾ ਜਾਮਾ ਕੀਤਾ। ਬੜੇ ਇਦਾਂ ਲਾਈਨ ਦੇ ਵਿੱਚ ਬੈਠੇ ਨੇ, ਤਰ੍ਹਾਂ ਤਰ੍ਹਾਂ ਦੇ ਭੋਜਨ ਛਕ ਰਹੇ ਆ, ਕਈ ਤਰ੍ਹਾਂ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਮਲਕ ਭਾਗੋ ਨੇ ਆਖਿਆ, ਮੈਂ ਤੁਹਾਨੂੰ ਕਈ ਸੱਦੇ ਭੇਜੇ ਆ ਫਕੀਰ ਜੀ, ਤੁਸੀਂ ਮੇਰੇ ਇੱਕ ਵੀ ਸੱਦੇ ਨੂੰ ਕਬੂਲ ਨਹੀਂ ਕੀਤਾ। ਆਖਰਕਾਰ ਮੈਨੂੰ ਆਪਣੇ ਜਿਹੜੇ ਸੈਨਿਕ ਨੇ ਇਹਨਾਂ ਨੂੰ ਭੇਜ ਕੇ ਤੁਹਾਨੂੰ ਜ਼ਬਰਦਸਤੀ ਚਕਵਾ ਕੇ ਲਿਆਉਣਾ ਪਿਆ ਇਹਨਾਂ ਸਿਪਾਹੀਆਂ ਦੇ ਕੋਲੋਂ। ਤੁਹਾਨੂੰ ਉਸ ਗਰੀਬੜੇ ਦੇ ਭਾਈ ਲਾਲੋ ਦੇ ਘਰ ਵਿੱਚ ਬਣੇ ਹੋਏ ਟੁੱਟੇ ਜਿਹੇ ਘਰ ਦੇ ਵਿੱਚ ਉਹ ਛਪਰੀ ਦੇ ਵਿੱਚ ਬੈਠ ਕੇ ਕੀ ਆਨੰਦ ਆਉਂਦਾ? ਤੁਸੀਂ ਇੱਥੇ ਆਓ, ਮੇਰੇ ਰਾਜ ਦੇ ਵਿੱਚ, ਮੇਰੀ ਸਲਤਨਤ ਦੇ ਵਿੱਚ ਕੋਈ ਫਕੀਰ ਹੋਵੇ ਤੁਹਾਡੇ ਵਰਗਾ ਜਿਹਦਾ ਦੁਨੀਆ ਦੇ ਵਿੱਚ ਨਾਮਨਾ ਫੈਲਿਆ ਹੋਇਆ ਹੈ, ਮੇਰੀ ਸਲਤਨਤ ਦੇ ਵਿੱਚ ਆਇਆ ਹੋਵੇ ਤੇ ਇੱਕ ਕਾਨਿਆਂ ਦੀ ਬਣੀ ਛਪਰੀ ਵਿੱਚ ਰਹਿ ਰਿਹਾ ਹੋਵੇ, ਇਹ ਕਿੱਦਾਂ ਹੋ ਸਕਦਾ ਹੈ? ਇਹ ਤਾਂ ਮੇਰੀ ਸਲਤਨਤ ਦੀ ਇੱਕ ਬੇਇੱਜ਼ਤੀ ਹੈ। ਮੈਂ ਤੁਹਾਡੇ ਰਹਿਣ ਦੇ ਲਈ ਚੰਗੇ ਸ਼ਾਹੀ ਖਾਟ ਬਾਟ ਦਾ ਪ੍ਰਬੰਧ ਕਰਦਾ, ਤੁਸੀਂ ਉੱਥੇ ਕੋਦਰੇ ਦੀ ਬਣੀ ਹੋਈ ਸੁੱਕੀ ਜੀ ਰੋਟੀ ਖਾ ਰਹੇ ਹੋ, ਜਿਹਦੇ ਵਿੱਚ ਪਤਾ ਨਹੀਂ ਚੰਗੀ ਤਰ੍ਹਾਂ ਤੁਹਾਨੂੰ ਦਾਲ ਸਬਜ਼ੀ ਦੇ ਵਿੱਚ ਲੂਣ ਮਿਰਚ ਵੀ ਮਿਲਦਾ ਹੋਣਾ ਕਿ ਨਹੀਂ ਮਿਲਦਾ ਹੋਣਾ। ਤੁਸੀਂ ਉੱਥੇ ਲਾਲੋ ਦੇ ਘਰ ਵਿੱਚ ਠਹਿਰੇ ਕੀ ਕਰਦੇ? ਤੁਸੀਂ ਸ਼ਾਹੀ ਘਰਾਣੇ ਵਿੱਚੋਂ, ਉੱਚ ਘਰਾਣੇ ਵਿੱਚੋਂ ਹੋ ਤੁਸੀਂ। ਤੁਹਾਡੇ ਪਿਤਾ ਜੀ ਪਟਵਾਰੀ ਨੇ, ਚੰਗਾ ਕੰਮਕਾਰ ਹੈ ਤੁਹਾਡਾ, ਤੁਸੀਂ ਖੁਦ ਕਈ ਬਾਦਸ਼ਾਹਾਂ ਦੇ ਨੇੜੇ ਹੋ, ਰਾਏ ਬੁਲਾਰ ਦੌਲਤ ਖਾਂ ਵਰਗਿਆਂ ਦੇ ਤੁਸੀਂ ਨਜ਼ਦੀਕੀ ਹੋ, ਤੇ ਤੁਸੀਂ ਏਦਾਂ ਇੱਕ ਬਣੇ ਹੋਏ ਕਾਨਿਆਂ ਦੀ ਛਪਰੀ ਵਿੱਚ ਰਾਤ ਗੁਜ਼ਾਰ ਰਹੇ ਹੋ, ਦਿਨ ਬਤੀਤ ਕਰ ਰਹੇ ਹੋ ਉੱਥੇ। ਆਓ ਤੁਹਾਨੂੰ ਮੈਂ ਆਪਣੀ ਸਲਤਨਤ ਦੇ ਵਿੱਚ ਸ਼ਾਹੀ ਪਕਵਾਨ ਦਿੰਦਾ ਹਾਂ ਖਾਣ ਦੇ ਲਈ, ਤੁਸੀਂ ਇੱਥੇ ਭੋਜਨ ਕਰੋ। ਆਪਾਂ ਕਈ ਵਾਰ ਇੱਕ ਤਸਵੀਰ ਦੇਖੀ ਹੈ, ਉਹ ਤਸਵੀਰਾਂ ਆਪ ਨਹੀਂ ਬੋਲਦੀਆਂ, ਸਗੋਂ ਸਮਝਾ ਬਹੁਤ ਕੁਝ ਜਾਂਦੀਆਂ ਹੈ, ਜਿਹਦੇ ਵਿੱਚ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਏਦਾਂ ਦੋ ਰੋਟੀ ਦੇ ਟੁਕੜ ਫੜੇ ਹੋਏ ਨੇ, ਇੱਕ ਦੇ ਵਿੱਚੋਂ ਦੁੱਧ ਸਿਮਰਿਆ ਤੇ ਇੱਕ ਦੇ ਵਿੱਚੋਂ ਖੂਨ ਸਿਮਰਿਆ। ਉਹ ਸਮਝਾਉਣ ਹਿੱਤ ਹੈ ਸਰ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਉਸ ਤਸਵੀਰ ਰਾਹੀਂ ਕੀ ਮੈਸੇਜ ਦੇ ਰਹੇ? ਸਾਹਿਬ ਜੀ ਨੇ ਮਲਕ ਭਾਗੋ ਨੂੰ ਪੁੱਛਿਆ, ਐਲਕਾਰ ਜੀ, ਤੁਸੀਂ ਜਿੰਨਾ ਆਪ ਭੋਜਨ ਤਿਆਰ ਕੀਤਾ, ਤੁਹਾਨੂੰ ਪਤਾ ਤੁਹਾਡੇ ਰਾਜ ਦੇ ਵਿੱਚ ਕਿੰਨੇ ਗਰੀਬ ਨੇ ਜਿਹੜੇ ਭੁੱਖੇ ਮਰ ਰਹੇ? ਤੁਹਾਡੇ ਸੈਨਿਕਾਂ ਸਿਪਾਹੀਆਂ ਦੇ ਜ਼ੁਲਮ ਦੇ ਸਤਾਏ ਹੋਏ ਕਿੰਨੇ ਗਰੀਬ ਨੇ ਜਿਹੜੇ ਆਪਣੀ ਜ਼ਿੰਦਗੀ ਦੁਖੀ ਹੋ ਕੇ ਬਤੀਤ ਕਰ ਰਹੇ ਆ, ਮਰਨ ਨੂੰ ਰਾਹ ਲੱਭ ਰਹੇ ਆ, ਪਰ ਕਿਤੇ ਮਿਲਦਾ ਨਹੀਂ ਉਹਨਾਂ ਨੂੰ। ਬੜੇ ਦੁਖੀ ਹੈ ਉਹ ਤੁਹਾਡੇ ਇਸ ਸਾਰੇ ਮਾਹੌਲ ਤੋਂ, ਤੇ ਤੁਸੀਂ ਇੱਥੇ ਆ ਸਾਧੂਆਂ ਨੂੰ ਇਕੱਠਿਆਂ ਕਰਕੇ ਭੋਜਨ ਕਰਵਾ ਰਹੇ ਹੋ। ਜਿੱਥੇ ਭੋਜਨ ਦੀ ਜ਼ਰੂਰਤ ਹੈ ਤੁਸੀਂ ਉੱਥੇ ਕਿਉਂ ਨਹੀਂ ਪਹੁੰਚਾਉਂਦੇ? ਜਿਨ੍ਹਾਂ ਨੂੰ ਜ਼ਰੂਰਤ ਹੈ, ਜਿਹੜੇ ਭੁੱਖੇ ਤੁਹਾਡੀ ਸਲਤਨਤ ਵਿੱਚ ਮਰ ਰਹੇ ਹੈ, ਤੁਸੀਂ ਉਹਨਾਂ ਵੱਲ ਕਿਉਂ ਨਹੀਂ ਗੌਰ ਕਰਦੇ? ਤੁਹਾਡੇ ਸਿਪਾਹੀ ਤਾਂ ਸਗੋਂ ਇਹ ਕਰਦੇ ਹੈ, ਜਿੰਨਾ ਉਹਨਾਂ ਦਾ ਵੇਤਨ ਹੁੰਦਾ ਹੈ, ਜਿੰਨੀ ਉਹਨਾਂ ਦੀ ਮਿਹਨਤ ਹੁੰਦੀ ਹੈ, ਉਸ ਮਿਹਨਤ ਨੂੰ ਵੀ ਮਾਰ ਲੈਂਦੇ ਹੈ। ਸੱਚ ਦੱਸਾਂ ਮਲਕ ਭਾਗੋ ਜੀ, ਮੈਨੂੰ ਤਾਂ ਇਦਾਂ ਲੱਗਦਾ ਹੈ, ਮੇਰੇ ਨਾ ਆਉਣ ਦਾ ਕੀ ਕਾਰਨ ਹੈ? ਮੈਨੂੰ ਤਾਂ ਇਦਾਂ ਲੱਗ ਰਿਹਾ ਜਿਵੇਂ ਤੁਹਾਡੀ ਰੋਟੀ ਆ ਖੀਰ ਨਹੀਂ, ਇਹ ਕਿਸੇ ਗਰੀਬਾਂ ਦਾ ਨਿਚੋੜਿਆ ਹੋਇਆ ਖੂਨ ਹੋਵੇ। ਤੇ ਦੂਜੇ ਪਾਸੇ ਤੁਸੀਂ ਭਾਈ ਲਾਲੋ ਦੀ ਕੋਦਰੇ ਦੀ ਬਣੀ ਹੋਈ ਰੋਟੀ ਨੂੰ ਆਖਦੇ ਸੀ ਸੁੱਕੀ ਰੋਟੀ। ਸੱਚ ਦੱਸਾਂ, ਮੈਨੂੰ ਉਹਦੇ ਵਿੱਚੋਂ ਦੁੱਧ ਵਰਗਾ ਸਵਾਦ ਆਉਂਦਾ ਹੈ। ਇਦਾਂ ਲੱਗਦਾ ਹੈ ਇਮਾਨਦਾਰੀ ਦੀ ਉਹ ਰੋਟੀ ਖਾ ਕੇ ਮੈਂ ਅੰਮ੍ਰਿਤ ਪੀ ਰਿਹਾ ਹੋਵਾਂ। ਮੈਨੂੰ ਸੱਚ ਜਾਣਿਓ, ਅੰਮ੍ਰਿਤ ਵਰਗਾ ਸਵਾਦ ਭਾਈ ਲਾਲੋ ਦੀ ਰੋਟੀ ਵਿੱਚੋਂ ਆਉਂਦਾ ਹੈ, ਤੇ ਖੂਨ ਦੀ ਬਦਬੂ, ਗਰੀਬਾਂ ਦੇ ਨਿਚੋੜੇ ਹੋਏ ਖੂਨ ਦਾ ਰੌਲਾ ਆ ਤੁਹਾਡੇ ਸ਼ਾਹੀ ਪਕਵਾਨਾਂ ਦੇ ਵਿੱਚੋਂ ਆਉਂਦਾ ਹੈ। ਆਹੀ ਕਾਰਨ ਸੀ ਮੈਂ ਤੁਹਾਡੇ ਕੋਲ ਨਹੀਂ ਆਇਆ ਸੀ। ਤੇ ਪਿਆਰਿਓ, ਆਹ ਹਾਲਤ ਮਲਕ ਭਾਗੋ ਵਾਲੀ ਅੱਜ ਹਰ ਇੱਕ ਮਨੁੱਖ ਦੀ ਹੈ। ਸੁਰਤ ਦੇ ਵਿੱਚ ਅੱਤ ਦਰਜੇ ਦੀਆਂ ਬੇਈਮਾਨੀਆਂ ਅਸੀਂ ਚੱਕੀ ਬੈਠੀਆਂ ਤੇ ਬਾਹਰੋਂ ਧਰਮੀ ਹੋਣ ਦੇ ਵਿਖਾਵੇ ਕਰਦੇ। ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਤੀਨ ਵਿਆਪੈ ਤੀਨ ਗੁਨਾ ਮਹਿ ਵਿਆਪਿਆ ਪੂਰਨ ਹੋਤ ਨਾ ਕਾਮ। ਕਹਿੰਦੇ ਮਾਇਆ ਦੇ ਤਿੰਨਾਂ ਪ੍ਰਭਾਵਾਂ ਦੇ ਅਧੀਨ ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ ਦੇ ਵਿੱਚ ਮਨੁੱਖ ਖੁੱਭਿਆ ਹੋਇਆ, ਰੁਝਿਆ ਹੋਇਆ। ਫਿਰ ਕਹਿੰਦਾ ਮੇਰੀ ਜ਼ਿੰਦਗੀ ਦੇ ਵਿਗੜੇ ਹੋਏ ਕੰਮ ਨਹੀਂ ਸਬਰਦੇ,
ਉਹ ਪਿਆਰਿਆ ਪਹਿਲਾਂ ਆਪਣੀ ਜ਼ਿੰਦਗੀ ਸਵਾਰ, ਫਿਰ ਤੇਰੀ ਜ਼ਿੰਦਗੀ ਦੇ ਵਿਗੜੇ ਹੋਏ ਕਾਰਜ ਸਵਰਨੇ ਹੈ। ਦਾਤਾਰ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਪਤਿਤ ਉਦਾਹਰਣ ਮਨ ਵਸੈ ਨਾਨਕ ਛੁਟੈ ਨਾਮ। ਜਦੋਂ ਪਤਿਤਾਂ ਨੂੰ ਉਦਾਹਰਣ ਵਾਲੇ ਸਤਿਗੁਰੂ ਜੀ ਸਾਡੀ ਜ਼ਿੰਦਗੀ 'ਚ ਵਸ ਜਾਂਦੇ ਆ। ਵੈਸੇ ਪਤਿਤ ਸਾਡੇ ਸਮਾਜ ਵਿੱਚ ਉਹਨੂੰ ਸਮਝਿਆ ਜਾਂਦਾ ਜਿਹੜਾ ਦਾੜੀ ਕੇਸ ਇਤਿਆਦਿਕ ਕੱਟਦਾ ਹੈ, ਪਰ ਮੇਰੇ ਸਤਿਗੁਰੂ ਦੀ ਨਿਗਾਹ ਵਿੱਚ ਪਤਿਤ ਅਸਲੀ ਕੌਣ ਹੈ? ਜਿਹੜਾ ਆਪਣੇ ਜੀਵਨ ਕਿਰਦਾਰ ਤੋਂ ਖੁੰਝਿਆ ਹੋਇਆ, ਭਾਵੇਂ ਅੰਮ੍ਰਿਤਧਾਰੀ ਹੀ ਕਿਉਂ ਨਾ ਹੋਵੇ, ਭਾਵੇਂ ਦਾੜੀ ਕੇਸ ਵਾਲਾ ਹੀ ਕਿਉਂ ਨਾ ਹੋਵੇ, ਜੇ ਸੁਭਾਅ ਦੇ ਵਿੱਚ ਅੱਤ ਦਰਜੇ ਦੀ ਬੇਈਮਾਨੀ ਹੈ, ਮੇਰੇ ਗੁਰੂ ਸਾਹਿਬ ਦੀ ਨਿਗਾਹ ਵਿੱਚ ਉਹ ਪਤਿਤ ਹੈ। ਦਾੜੀ ਕੇਸ ਕੱਟੇ ਵਾਲਾ ਨਹੀਂ, ਜਿਹੜਾ ਜ਼ਿੰਦਗੀ ਬੇਈਮਾਨੀ ਨਾਲ ਜਿਉ ਰਿਹਾ ਉਹ ਪਤਿਤ ਹੈ ਅਸਲੀ। ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਪਤਿਤ ਉਦਾਹਰਣ, ਕਹਿੰਦੇ ਪਤਿਤਾਂ ਨੂੰ ਉਦਾਹਰਣ ਵਾਲਾ ਹੈ ਮਨ ਵਸੈ ਨਾਨਕ ਛੁਟੈ ਨਾਮ। ਇਹ ਨਾਨਕ ਜੀ ਮਾਇਆ ਦੇ ਇਹਨਾਂ ਤਿੰਨਾਂ ਪ੍ਰਭਾਵਾਂ ਤੋਂ ਸਾਡੀ ਸੁਰਤ ਅਕਾਲ ਪੁਰਖ ਪਰਮਾਤਮਾ ਦਾ ਨਾਮ ਜਪਦਿਆਂ ਹੋਇਆਂ, ਨਾਮ ਧਿਆਉਂਦਿਆਂ ਹੋਇਆਂ ਛੁੱਟ ਸਕਦੀ ਹੈ। ਆਓ ਪਿਆਰਿਓ, ਦਾਤਾਰ ਜੀ ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ ਪ੍ਰਵਾਨ ਕਰਨ। ਜ਼ਿੰਦਗੀ ਦੇ ਵਿੱਚ ਜਿੰਨਾ ਵੀ ਸਾਡੇ ਅਸੀਂ ਕੂੜ ਕਬਾੜ ਇਕੱਠਾ ਕਰ ਰੱਖਿਆ, ਉਸ ਸਭ ਦੇ ਪੱਲਿਓਂ ਆਪਣਾ ਖੇੜਾ ਛਡਾਈਏ। ਸਤਿਗੁਰੂ ਦੇ ਦਰ ਦੇ ਉੱਪਰ ਆਣ ਕੇ ਆਖਿਆ ਕਰੀਏ, ਹਮ ਜਾਕਰ ਗੋਬਿੰਦ ਕੇ ਸਤਿਗੁਰ ਮੇਰਾ ਪਾਇਆ। ਆਓ ਪਿਆਰਿਓ, ਸਾਹਿਬ ਜੀ ਮਿਹਰ ਕਰਨ, ਦਿਓ ਅਸੀਸ, ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। जी की बिरथा होए, जी की बिरथा होए, सो गुर मैं अरदास कर, गुर मैं अरदास कर, सो गुर मैं अरदास कर, गुर मैं अरदास कर। होए जी की बिरथा होए, सो गुर मैं अरदास कर, गुर मैं अरदास कर, सो गुर मैं अरदास कर, गुर मैं अरदास कर। छोट सियाणप सगल मन नाल अरप तर, छोट सियाणप सगल मन नाल अरप तर।